ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਸਰਦਾਰ ਇੰਦਰਪ੍ਰੀਤ ਸਿੰਘ। ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਤਿ ਸ਼੍ਰੀ ਅਕਾਲ ਸਰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਈ ਵਾਰੀ ਐਵੇਂ ਖਲਾਰਾ ਜਿਹਾ ਹੀ ਭਾਲੀ ਤਾਂ ਮੇਰੇ ਕੋਲ ਖਬਰਾਂ ਦਾ ਢੇਰ ਲੱਗਿਆ ਪਿਆ। ਸੁਪਰੀਮੋ ਫਸੇ ਨਜ਼ਰ ਆਉਂਦੇ ਆ। ਕਈ ਵਾਰੀ ਪ੍ਰਾਈਮ ਪੋਸਟਿੰਗ ਵੀ ਗਲੇ ਦੀ ਹੱਡੀ ਬਣ ਜਾਂਦੀ। ਜਲੰਧਰ ਦੇ ਵਿੱਚ ਕੁਲਦੀਪ ਸਿੰਘ ਚਾਹਲ ਪੁਲਿਸ ਕਮਿਸ਼ਨਰ ਸੀਗੇ, ਸੀਪੀ। ਉਧਰ ਗਵਰਨਰ ਸਾਹਿਬ ਨੇ ਜਾਣਾ ਸੀ, ਅਗਲੇ 2 ਦਿਨ ਦੀ ਛੁੱਟੀ ਲੈ ਗਏ। ਪਹਿਲਾਂ ਚੰਡੀਗੜ੍ਹ 'ਚ ਪੰਗੇਬਾਜ਼ੀ ਚੱਲਦੀ ਰਹੀ, ਹੁਣ ਜਾਂਚ ਚੱਲ ਪਈ। ਔਖਾ ਹੋ ਜਾਂਦਾ, ਭਾਰੇ ਪੈ ਜਾਂਦੇ ਕਿਸੇ ਵੇਲੇ ਵੱਡੇ ਮਾਮਲੇ। ਜੇ ਪੰਜਾਬ ਸਰਕਾਰ ਸ਼ੁਰੂ ਕਰ ਲੈਂਦੀ, ਕਾਹਤੋਂ ਗਵਰਨਰ ਸਾਹਿਬ ਨੂੰ ਅੱਖ ਚੱਬਣਾ ਪੈਂਦਾ, ਕਾਹਤੋਂ CBI ਦਾ ਦਖਲ ਹੁੰਦਾ। ਇੱਥੇ ਵਿਜੀਲੈਂਸ ਨੂੰ ਦੇ ਦਿੰਦੇ, ਕੋਈ SIT ਬਣਾ ਦਿੰਦੇ, ਚਲੋ ਸਾਨੂੰ ਕੀ। ਅੱਗੇ ਚੱਲਦੇ ਆ। ਗਵਰਨਰ ਸਾਹਿਬ ਵੀ ਬੜੀ ਕਲੀਅਰ ਗੱਲ ਕਰਦੇ ਆ। ਉਹ ਕਹਿੰਦੇ ਵੀ ਮੈਂ ਹੁਣ ਰਾਜ ਭਵਨ 'ਚ ਬੈਠਾ ਰਵਾਂ ਜਦੋਂ ਹੱਟੀਆਂ ਤੇ ਨਸ਼ੇ ਵਿਕਣ ਲੱਗ ਪਏ। ਜਵਾਬ ਦਿੰਦੇ ਸੀ ਉਹ ਅਮਨ ਅਰੋੜੇ ਦੀ ਉਸ ਗੱਲ ਦਾ, ਜਿਹਦੇ ਵਿੱਚ ਉਹ ਕਹਿੰਦੇ ਸੀ ਸਮਾਨਾਂਤਰ ਸਰਕਾਰ ਨਾ ਚਲਾਓ, ਕੇਂਦਰ ਨੂੰ ਕਹੋ। ਗਵਰਨਰ ਸਾਹਿਬ ਕਹਿੰਦੇ ਸਬੂਤ ਲਿਆਓ। ਚਲੋ ਆਪਾਂ ਅੱਗੇ ਵਧਾਵਾਂਗੇ ਗੱਲ। ਅੱਜ ਕੈਬਨਿਟ ਬੈਠਣੀ ਆ, ਕੈਬਨਿਟ ਜੁੜਨੀ ਆ। ਅੱਜ ਸਨਅਤੀ ਨੀਤੀ ਆਊਗੀ ਜਾਂ ਨੀਤ ਵੀ ਹੈਗੀ ਆ। ਇਹਦੇ ਨਾਲ ਹੀ ਕਿ ਜਿਹੜੇ ਉਹ ਵਿਚਾਰੇ 51 ਦੀ ਲਿਸਟ ਸਿੱਧੂ ਕਰਕੇ ਫਸ ਗਈ ਸੀ, ਉਹਨਾਂ ਚੋਂ ਕੋਈ ਛੱਡਣੇ ਵੀ ਹੈਗੇ ਕਿ ਨਹੀਂ ਪਤਾ ਲੱਗਿਆ। 10-12 ਤੇ ਵੈਸੇ ਕੋਟਾ ਗਾਟਾ ਰਾਹੀਂ ਵਾਪਸ ਚਲੇ ਗਏ ਸੀ, ਛੱਟੇ ਗਏ। ਜਿਹੜੇ 40 ਰਹਿੰਦੇ ਉਹਨਾਂ ਦਾ ਵੀ ਸੋਚ ਲਿਓ। ਕੱਲ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਬੜੀ ਚੰਗੀ ਕੀਤੀ। ਉਹਨਾਂ ਨੇ ਇੱਕ ਪੱਲੇਦਾਰੀ ਕਰਦੇ ਪੁਰਾਣੇ ਖਿਡਾਰੀ ਨੂੰ ਸੱਦ ਕੇ ਨੌਕਰੀ ਦੇ ਦਿੱਤੀ। ਸ਼ਾਬਾਸ਼ ਦੇਣੀ ਬਣਦੀ। ਮੁੱਖ ਮੰਤਰੀ ਸਾਹਿਬ ਸੋਸ਼ਲ ਮੀਡੀਆ ਤੇ ਘੰਟਾ ਲਾਇਆ ਕਰੋ, ਮੁਸ਼ਕਲਾਂ ਹੋਰ ਵੀ ਬੜੀਆਂ ਨੇ। ਭਾਸਕਰ ਸਾਹਿਬ, ਸੁਪਰੀਮੋ ਤਾਂ ਸਾਫ਼ ਝੱਗਾ ਲੈ ਕੇ ਆਏ ਸੀ, ਕਰਪਸ਼ਨ ਦੇ ਖਿਲਾਫ ਆਏ ਸੀ। ਇੱਕ ਮਹਿਕਮਾ ਨਹੀਂ ਲਿਆ, ਖਾਲੀ ਕੁਰਸੀ ਰੱਖਦੇ ਆ, ਕਿਧਰੇ ਹੱਥ 'ਚ ਪੈਨ ਨਹੀਂ ਰੱਖਦੇ। ਬਾਦਲ ਸਾਹਿਬ ਜਿੱਦਾਂ ਜੇਬ 'ਚ ਪੈਸੇ ਨਹੀਂ ਰੱਖਦੇ, ਕਿਉਂਕਿ ਦਾਗ ਨਹੀਂ ਲੱਗਣਾ ਚਾਹੀਦਾ। ਅਸੀਂ ਹੱਥ ਨਹੀਂ ਲਾਉਂਦੇ ਮਾੜੀਆਂ ਚੀਜ਼ਾਂ ਨੂੰ। ਇਹ ED ਵਾਲੇ ਹਟਦੇ ਹੀ ਨਹੀਂ, ਕਹਿੰਦੇ ਲਬੇੜ ਕੇ ਹਟਣਾ। ਇਹ ਜ਼ਰਾ ਕਹਾਣੀ ਸੁਣਾਓ ਸਾਨੂੰ। ਰੰਧਾਵਾ ਜੀ, ਲੈਫਟੀਨੈਂਟ ਗਵਰਨਰ ਨੇ ਐਕਸਾਈਜ਼ ਪਾਲਿਸੀ ਜਿਹੜੀ ਦਿੱਲੀ ਦੇ ਬਾਰੇ CBI ਨੂੰ ਰਿਕਮੈਂਡ ਕੀਤੀ ਸੀ ਇਨਕੁਆਇਰੀ। CBI ਨੇ ਰੇਡਾਂ ਵੀ ਪਾਈਆਂ ਔਰ ਇੱਕ FIR ਵੀ ਦਰਜ ਕੀਤੀ, ਜਿਹਦੇ ਵਿੱਚ ਮਨੀਸ਼ ਸਿਸੋਦੀਆ ਜਿਹੜੇ ਉਪ ਮੁੱਖ ਮੰਤਰੀ ਹੈਗੇ ਦਿੱਲੀ ਦੇ, ਉਹਨਾਂ ਨੂੰ ਆਰੋਪੀ ਨੰਬਰ 1 ਬਣਾਇਆ ਸੀ। ਪਰ ਬਾਅਦ ਚੋਂ CBI ਨੇ ਜਦ ਚਾਰਜ ਸ਼ੀਟ ਫਾਈਲ ਕੀਤੀ ਤੇ ਉਹਦੇ ਵਿੱਚ ਮਨੀਸ਼ ਸਿਸੋਦੀਆ ਉਹਨਾਂ ਦਾ ਨਾਂ ਨਹੀਂ ਸੀ। ਹੁਣ ਵਾਰੀ ਹੈ ED ਦੀ। ED ਵੀ ਉਸ ਇਨਵੈਸਟੀਗੇਸ਼ਨ ਨੂੰ ਆਪਣੀ ਅੱਗੇ ਵਧਾਉਂਦੇ ਹੋਏ ਕੱਲ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਚਲਾਨ ਪੇਸ਼ ਕੀਤਾ ਔਰ ਚਲਾਨ ਦੇ ਵਿੱਚ ਇੱਕ ਗੱਲ ਕੀਤੀ ਹੈ, ਜਿਸ ਗੱਲ ਦੇ ਹਿਸਾਬ ਨਾਲ ਫੇਸਟਾਈਮ ਟਾਕ ਦੀ ਇੱਕ ਰਿਕਾਰਡਿੰਗ ਪੇਸ਼ ਕੀਤੀ ਹੈ, ਜਿਸ ਰਿਕਾਰਡਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਔਰ ਸਮੀਰ ਮਹਿੰਦਰੂ ਜਿਹੜੇ ਲਿਕਰ ਬੈਰਨ ਹੈਗੇ ਨੇ, ਔਰ ਨਾਲ ਵਿਜੇ ਨਾਇਰ, ਔਰ ਕਥਿਤ ਤੌਰ ਤੇ ਅਰਵਿੰਦ ਕੇਜਰੀਵਾਲ ਉਹਨਾਂ ਕਹਿ ਰਹੇ ਨੇ ਸਮੀਰ ਮਹਿੰਦਰੂ ਨੂੰ ਕਿ ਵਿਜੇ ਨਾਇਰ ਮੇਰਾ ਹੀ ਮੁੰਡਾ ਹੈ, ਮਾਈ ਬॉय, ਯਾਨੀ ਅੰਗਰੇਜ਼ੀ ਦੇ ਵਿੱਚ ਲਿਖਿਆ ਕਿ ਮਾਈ ਬॉय, ਮੇਰਾ ਬੱਚਾ ਹੈਗਾ। ਜੋ ਵੀ ਇਹ ਕਹਿੰਦਾ ਉਦਾਂ ਦੀ ਸੈਟਿੰਗ ਕਰ ਲਓ। ਉਸ ਆਧਾਰ ਦੇ ਉੱਤੇ ED ਦਾ ਐਲੀਗੇਸ਼ਨ ਹੈ ਕਿ ਘੱਟ ਤੋਂ ਘੱਟ 100 ਕਰੋੜ ਰੁਪਏ ਦਾ ਹਵਾਲਾ ਟ੍ਰਾਂਜੈਕਸ਼ਨ ਦੇ ਜ਼ਰੀਏ ਗੋਆ ਇਲੈਕਸ਼ਨ ਦੇ ਵਿੱਚ ਔਰ ਬਾਅਦ ਚੋਂ ਗੁਜਰਾਤ ਇਲੈਕਸ਼ਨ ਦੇ ਵਿੱਚ ਇਲੀਗਲ ਯੂਜ਼ ਕੀਤਾ ਗਿਆ। ਇਨਵੈਸਟੀਗੇਸ਼ਨ ਅੱਗੇ ਤੁਰ ਰਹੀ ਹੈ, ਪਰ ਅਰਵਿੰਦ ਕੇਜਰੀਵਾਲ ਹਜੇ ਤੱਕ ਕਿਸੇ ਵੀ ਐਲੀਗੇਸ਼ਨ ਦੇ ਘੇਰੇ ਦੇ ਵਿੱਚ ਨਹੀਂ ਆਏ ਸੀ। ਔਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਕੱਲ ਇਸ ਮੁੱਦੇ ਦੇ ਉੱਤੇ ਕੁਝ ਬਿਆਨ ਦਿੰਦੇ ਹੋਏ ਇਹ ਵੀ ਕਿਹਾ ਕਿ ਇਹ ਸਾਰੀ ਫ੍ਰਿਕਸ਼ਨ ਹੈਗੀ ਹੈ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਹੈ, ਮੇਰੀ ਏਦਾਂ ਦੀ ਕੋਈ ਗੱਲਬਾਤ ਨਹੀਂ ਹੋਈ। ਹੁਣ ਇਨਵੈਸਟੀਗੇਸ਼ਨ ਅੱਗੇ ਚੱਲਦੀ ਹੈ ਤੇ ED ਆਪਣੀ ਗੱਲ ਨੂੰ ਕਿੱਦਾਂ ਆਥੈਂਟੀਕੇਟ ਕਰਦੀ ਹੈ, ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਹੀ ਮੁੱਦਾ ਹੋਏਗਾ। ਪਰ ਹਾਂ, ਇਹ ਐਲੀਗੇਸ਼ਨ ਹੁਣ ਅੱਗੇ ਤੁਰਨੇ ਸ਼ੁਰੂ ਹੋ ਗਏ। ਇੰਦਰਪ੍ਰੀਤ ਜੀ, ਇਹ ਜਿਹੜਾ ਪੋਲੀਟੀਕਲ ਵੰਡੈਟਾ, ਬਦਲਾਖੋਰੀ, ਇਹ ਬੜੀ ਛੇਤੀ ਆ ਜਾਂਦਾ। ਕੇਜਰੀਵਾਲ ਸਾਹਿਬ ਇਸ ਗੱਲ ਨੂੰ ਤੱਥਾਂ ਤੇ ਰਿਜੈਕਟ ਕਰਨ ਦੀ ਬਜਾਏ, ਰੱਦ ਕਰਨ ਦੀ ਬਜਾਏ ED ਨੂੰ ਆਪਣੇ ਨਿਸ਼ਾਨੇ ਤੇ ਲੈਂਦੇ ਆ ਕਿ ਇਹਨੇ ਹੁਣ ਤੱਕ ਕੋਈ ਇਹਦਾ ਟਰੈਕ ਰਿਕਾਰਡ ਦੇਖੋ, ਇਹਨੇ ਹੁਣ ਤੱਕ ਕੋਈ ਲੌਜੀਕਲ ਐਂਡ ਤੱਕ ਲਿਆਂਦਾ ਹੀ ਨਹੀਂ। ਇਹਨਾਂ ਦੀਆਂ 4 ਸ਼ੀਟਾਂ ਤੋਂ ਬਾਅਦ, ਟਰਾਇਲਾਂ ਤੋਂ ਬਾਅਦ ਕਿਹੜੇ ਬੰਦੇ ਨੂੰ ਸਜ਼ਾ ਹੋਈ। ਔਰ ਇਸੇ ਤਰੀਕੇ ਨਾਲ ਉਹ ਕੇਂਦਰ ਤੇ ਦੋਸ਼ ਲਾਉਂਦੇ ਆ। ਪੋਲੀਟੀਕਲ ਵੰਡਾਟਾ ਇਹ ਹੁਣ ਮੈਨੂੰ ਦੱਸੋ, ਪੰਜਾਬ 'ਚ ਖੇਡ ਹੁੰਦੀ ਸੀ ਤੇ ਜਦੋਂ ਨਵੀਂ ਸਰਕਾਰ ਬਣੀ ਸੀਗੀ, ਇਹਨਾਂ ਨੇ ਭਾਜਪਾ ਦਾ ਬੱਗਾ ਫੜ ਲਿਆਂਦਾ, ਇਹਨਾਂ ਨੇ ਅਲਕਾ ਲਾਂਬਾ ਵਾਲੀ ਗੱਲ ਕੀਤੀ। ਉਦੋਂ ਉਹ ਕਹਿੰਦੇ ਸੀ ਕਿ ਪੋਲੀਟੀਕਲ ਵੰਡਾਟਾ ਨਹੀਂ ਚੱਲਣ ਦੇਣਾ, ਅਗਲਿਆਂ ਰਾਹ 'ਚ ਘੇਰ ਲਿਆ। ਇੱਥੇ ਹੁਣ ਕਾਂਗਰਸੀ ਰੌਲਾ ਪਾਉਂਦੇ ਆ ਵੀ ਸਿਆਸੀ ਬਦਲਾਖੋਰੀ ਚੁਣ ਕੇ। ਇਹ ਸਾਰੀ ਬੜੀ ਖੂਬਸੂਰਤ ਜੀ ਗੇਮ ਬਣਾਤੀ ਸਿਆਸਤਦਾਨਾਂ ਨੇ। ਦੋਸ਼ੀ ਕੋਈ ਵੀ ਨਹੀਂ ਮੰਨਦਾ ਆਪਣੇ ਆਪ ਨੂੰ, ਕਟਹਿਰੇ 'ਚ ਸਾਰੇ ਹੀ ਨੇ। ਲੋਕ ਵੇਖੀ ਜਾਂਦੇ ਅੱਖਾਂ ਝਮੱਕੇ ਬਿਨਾ, ਹੁਣ ਕੀ ਹੋਇਆ ਕੀ ਕਹਿੰਦੇ। ਬਿਲਕੁਲ ਠੀਕ ਗੱਲ ਹੈ ਸਰ ਤੁਹਾਡੀ ਰੰਧਾਵਾ ਸਾਹਿਬ। ਇਹ ਜਿਹੜਾ ਕੱਲ ਅਰਵਿੰਦ ਕੇਜਰੀਵਾਲ ਹੋਰਾਂ ਨੇ ਜੋ ED ਦੀ ਚਾਰਜਸ਼ੀਟ ਤੋਂ ਬਾਅਦ ਇਲਜ਼ਾਮ ਲਗਾਇਆ ਹੈ ਕਿ ED ਨੂੰ ਯੂਜ਼ ਕੀਤਾ ਜਾ ਰਿਹਾ ਐਜ਼ ਟੂਲ
ਜਿਹੜੇ ਪੋਲੀਟੀਕਲ ਓਪੋਨੈਂਟਸ ਹੈਗੇ ਆ ਇਹਨਾਂ ਦੇ, ਉਹਨਾਂ ਦੇ ਖਿਲਾਫ ਇਹੀ ਸੇਮ ਇਲਜ਼ਾਮ ਮੈਂ ਕਹਿ ਰਿਹਾ ਸੀਗਾ ਕਿ ਪਹਿਲਾਂ ਇੱਥੇ ਜਿੰਨੇ ਵੀ ਵਿਜੀਲੈਂਸ ਦੇ ਕੇਸ ਹੋਏ ਨੇ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੇ ਹੋਣ, ਉਸ ਤੋਂ ਬਾਅਦ ਵੀ ਜਿੰਨੇ ਵੀ ਹੁੰਦੇ ਨੇ, ਜਿਹੜੀ ਵੀ ਸਰਕਾਰ ਇੱਥੇ ਆ ਜਾਂਦੀ ਹੈ ਉਹ ਵਿਜੀਲੈਂਸ ਨੂੰ ਫਿਰ ਇੱਕ ਟੂਲ ਬਣਾਉਂਦੀ ਹੈ ਔਰ ਉਹਦੇ ਰਾਹੀਂ ਕਰਪਸ਼ਨ ਦਾ ਬਹਾਨਾ ਬਣਾ ਕੇ ਸਾਰੇ ਬੰਦਿਆਂ ਨੂੰ ਅੰਦਰ ਕਰਦੇ ਆ ਜਾਂ ਜਿਵੇਂ ਵੀ ਉਹ ਹੈ। ਪਰ ਜੇ ਤੁਸੀਂ ਪਿਛਲੇ 20 ਸਾਲ ਦਾ ਰਿਕਾਰਡ ਦੇਖੋ, ਉਹਨਾਂ ਦਾ ਵੀ ਉਹ ਜ਼ੀਰੋ ਹੀ ਨਜ਼ਰ ਆਏਗਾ। ਇੱਕ ਵੀ ਬੰਦੇ ਨੂੰ ਹਜੇ ਤੱਕ ਸਜ਼ਾ ਨਹੀਂ ਹੋਈ, ਖਾਸ ਤੌਰ ਤੇ ਬੜਿਆਂ ਨੂੰ। ਪਟਵਾਰੀਆਂ ਨੂੰ ਆਪਾਂ ਛੱਡ ਦਈਏ, ਮੈਂ ਗੱਲ ਵੱਡਿਆਂ ਦੀ ਕਰ ਰਿਹਾ, ਜਿਹੜੇ ਚਾਹੇ ਬਾਦਲ ਹੋਣ, ਕੈਪਟਨ ਹੋਣ, ਹੋਰ ਜਿੰਨੇ ਵੱਡੇ ਨਾਂ ਸੀਗੇ, ਨਾਮੀ ਗ੍ਰਾਮੀ ਬੰਦੇ, ਹੁਣ ਉਹੀ ਇਲਜ਼ਾਮ ਇਸ ਆਮ ਆਦਮੀ ਸਰਕਾਰ ਦੀ ਉੱਤੇ ਵੀ ਲੱਗ ਰਹੇ ਨੇ। ਜਿਹੜੇ ਕਾਂਗਰਸ ਦੇ ਜਿੰਨੇ ਵੀ ਸਾਬਕਾ MLA ਮੰਤਰੀ ਨੇ, ਜਿਹੜੇ ਉਹ ਜੇਲ੍ਹਾਂ 'ਚ ਡੱਕੇ ਜਾ ਰਹੇ ਜਾਂ ਇਨਕੁਆਇਰੀਆਂ 'ਚ ਭੇਜੇ ਜਾ ਰਹੇ ਨੇ, ਉਹ ਵੀ ਸੇਮ ਹੀ ਇਲਜ਼ਾਮ ਲਗਾ ਰਹੇ ਨੇ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਇਹੀ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਕਿਸੇ ਮਤਲਬ ਕਿਸੇ ਬੰਦੇ ਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਆ, ਉਹਦੇ ਪਿੱਛੇ ਕਿਤੇ ਨਾ ਕਿਤੇ ਆਪਣੀ ਪੋਲੀਟੀਕਲ ਜਿਹੜਾ ਸਕੋਰ ਹੈ ਉਹ ਸੈੱਟ ਕਰਨਾ ਜ਼ਿਆਦਾ ਹੁੰਦਾ, ਨਾ ਕਿ ਉਹਦੇ ਖਿਲਾਫ ਜੋ ਐਲੀਗੇਸ਼ਨਸ ਨੇ ਉਹਨੂੰ ਕਿਸੇ ਕੰਕਲੂਜਨ ਤੇ ਪਹੁੰਚਾਇਆ ਜਾਏ ਤੇ ਉਹਨੂੰ ਜੇਲ੍ਹ ਭੇਜਿਆ ਜਾਏ। ਇਹ ਜਰਾ ਜ਼ਰੂਰੀ ਹੁੰਦਾ। ਮੈਨੂੰ ਲੱਗਦਾ ਕਿ ਜਿਹੜਾ ED ਬਾਰੇ ਕਿਹਾ ਅਰਵਿੰਦ ਕੇਜਰੀਵਾਲ ਨੇ, ਉਹ ਇਸ ਕਰਕੇ ਹੀ ਕਿਹਾ ਕਿਉਂਕਿ ਹੁਣ ਉਹਨਾਂ ਦੇ ਉੱਤੇ ਗੱਲ ਆ ਗਈ ਹੈ। ਫਸਟ ਟਾਈਮ ਹੈ, ਪਹਿਲਾਂ ਤਾਂ ਉਹਨਾਂ ਦੇ ਜੇਲ੍ਹ ਮੰਤਰੀ ਸਤਿੰਦਰ ਜੈਨ ਨੇ, ਉਹਨਾਂ ਦੇ ਖਿਲਾਫ ਸੀ। ਫਿਰ ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਆ ਗਏ, ਹੁਣ ਉਹਨਾਂ ਨੂੰ ਹੱਥ ਪਾਇਆ। ਮਤਲਬ ਫਸਟ ਟਾਈਮ ਹੈ ਕਿ ਉਹਨਾਂ ਨੂੰ ਹੱਥ ਪੈ ਰਿਹਾ, ਯਾਨੀ ਕਿ ਉਹਨਾਂ ਦੀ ਜਿਹੜੀ ਚਿੱਟੀ ਕਮੀਜ਼ ਸੀ ਉਸ ਤੇ ਦਾਗ ਲੱਗ ਰਿਹਾ ਹੈ। ਔਰ ਆਮ ਆਦਮੀ ਪਾਰਟੀ ਕੋਲੇ ਜੇ ਤੁਸੀਂ ਦੇਖੋ ਤਾਂ ਆਮ ਆਦਮੀ ਪਾਰਟੀ ਕੋਲੇ ਉਹਨਾਂ ਤੋਂ ਵੱਡਾ ਤਾਂ ਕੋਈ ਬ੍ਰਾਂਡ ਹੈ ਹੀ ਨਹੀਂ ਹੈ। ਸਾਰੀ ਲੜਾਈ ਜੇ ਆਮ ਆਦਮੀ ਪਾਰਟੀ ਜਿਹੜੀ ਲੜਦੀ ਹੈ, ਉਹ ਅਰਵਿੰਦ ਕੇਜਰੀਵਾਲ ਦੇ ਨਾਂ ਤੇ ਹੀ ਲੜਦੀ ਹੈ ਕਿ ਉਹ ਇੱਕ ਸਾਫ਼ ਸੁਥਰੇ ਬੰਦੇ ਹੈ ਔਰ ਨੇਕ ਨੀਤੀ ਨਾਲ ਕੰਮ ਕਰਦੇ ਆ। ਦੇਖੋ ਉਹਨਾਂ ਨੇ ਕਿੰਨੇ ਅੱਛੇ ਸਕੂਲ ਬਣਾਤੇ ਹੈ, ਕਿੰਨੇ ਅੱਛੇ ਹਸਪੀਟਲ ਬਣਾਤੇ ਹੈ। ਇਹ ਸਾਰਾ ਮਤਲਬ ਲੈ ਕੇ ਫਿਰ ਉਹ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਾਂਦੇ ਆ। ਪਰ ਜੇ ਉਹੀ ਕਮੀਜ਼ ਦਾਗਦਾਰ ਹੋ ਗਈ ਤਾਂ ਮੈਨੂੰ ਲੱਗਦਾ ਹੈ ਜਿਹੜੇ ਹੁਣ ਇਸ 23 ਜਾਂ 24 ਦੇ ਵਿੱਚ ਜਿਹੜੇ ਇਲੈਕਸ਼ਨ ਹੋਣੇ ਨੇ, ਉਹਦੇ ਵਿੱਚ ਉਹ ਉਹਨਾਂ ਬ੍ਰਾਂਡ ਕਾਮਯਾਬ ਨਹੀਂ ਰਹਿਣਾ। ਇਸ ਦੀ ਚਿੰਤਾ ਉਹਨਾਂ ਨੂੰ ਜ਼ਿਆਦਾ ਸਤਾ ਰਹੀ ਹੈ। ਇਸੇ ਕਰਕੇ ਉਹਨਾਂ ਨੇ ਜਿਹੜਾ ਇਹ ਕਿਹਾ ਹੈ ਵੀ ED ਨੂੰ ਯੂਜ਼ ਕੀਤਾ ਜਾ ਰਿਹਾ ਹੈ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਠੀਕ ਹੈ, ਅਗਰ ਉਹਨਾਂ ਨੇ ਮੇਰੇ ਤੇ ਐਲੀਗੇਸ਼ਨ ਲਗਾਇਆ ਤਾਂ ਮੈਂ ਇਸ 'ਚ ਪਾਕ ਸਾਫ਼ ਹੋ ਕੇ ਨਿਕਲੂੰਗਾ। ਤਾਂ ਇਹ ਜੇ ਕਹਿੰਦੇ ਤਾਂ ਜ਼ਿਆਦਾ ਠੀਕ ਸੀ, ਬਜਾਏ ਉਹਨਾਂ ਨੇ ਇਹ ਕਿਹਾ ਕਿ ED ਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਦੋ ਸਵਾਲ ਬਹੁਤ ਅਹਿਮ ਖੜੇ ਹੁੰਦੇ। ਇੱਕ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਇਹ ਐਕਸਾਈਜ਼ ਪਾਲਿਸੀ ਲਿਆਂਦੀ ਗਈ ਤੇ ਫਿਰ ਵਾਪਸ ਲਈ ਗਈ, ਕਿਉਂ ਲਈ ਗਈ ਵਾਪਸ? ਨਹੀਂ ਸੀ ਲੈਣੀ ਚਾਹੀਦੀ। ਉਹ ਪਾਲਿਸੀ ਨੂੰ ਅੱਗੇ ਵਧਾਉਣਾ ਚਾਹੀਦਾ ਸੀ, ਫਾਇਦਾ ਹੁੰਦਾ, ਨੁਕਸਾਨ ਹੁੰਦਾ, ਲੱਤ ਡਾ ਕੇ ਖੜੇ ਰਹਿਣਾ ਚਾਹੀਦਾ ਸੀ ਸਵਾਲਾਂ ਦੇ ਘੇਰੇ 'ਚ। ਦੂਜੀ ਗੱਲ, ਜਦੋਂ ਵੀ ਕਿਸੇ ਤੇ ਦੋਸ਼ ਲੱਗਦੇ ਆ, ਦੋਸ਼ਾਂ ਨੂੰ ਤਸਦੀਕ ਹੋਣ ਤੱਕ ਮੇਰੇ ਖਿਆਲ ਉਸ ਵਿਅਕਤੀ ਦੀ ਸਫਾਈ ਐਵੇਂ ਲੱਤਾਂ ਬਾਹਾਂ ਮਾਰਨ ਵਾਲੀ ਗੱਲ ਆ, ਸਾਰੇ ਹੀ ਮਾਰਦੇ ਆ। ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪਰਚੇ ਪਿੰਡਾਂ ਥਾਵਾਂ ਤੇ ਸੈਂਕੜੇ ਨਹੀਂ ਹਜ਼ਾਰਾਂ ਦੀ ਤਾਦਾਦ 'ਚ ਹੈ। ਉਹ ਕਹਿੰਦੇ ਹੁੰਦੇ ਆ ਕਿ ਜੇ ਲਾਸਟ ਵਿੱਚ ਜਾ ਕੇ ਤੁਸੀਂ ਬਰੀ ਵੀ ਹੋ ਜਾਂਦੇ ਹੋ ਤੇ 15 ਸਾਲ ਦੀ ਪ੍ਰਕਿਰਿਆ 'ਚ ਜਿੰਨੀ ਤੁਸੀਂ ਤਕਲੀਫ ਹੰਡਾਈ। ਇਹ ਵੀ ਸਵਾਲ ਆ। ਵਿਜੀਲੈਂਸ ਦੇ ਮੌਜੂਦਾ ਚੀਫ ਡਾਇਰੈਕਟਰ ਵਰਿੰਦਰ ਕੁਮਾਰ ਅੱਪਵਾਦ ਨੇ ਇਸ ਮਾਮਲੇ 'ਚ, ਉਹ ਬੜੀ ਤੇਜ਼ੀ ਨਾਲ ਕੰਮ ਕਰ ਰਿਹਾ। ਸਾਨੂੰ ਐਪਰੀਸ਼ੀਏਟ ਚੰਗੇ ਬੰਦਿਆਂ ਨੂੰ ਕਰਨਾ ਚਾਹੀਦਾ। ਔਰ ਉਹ ਨਾਲੋਂ ਨਾਲ ਚਾਰਜ ਸ਼ੀਟ ਵੀ ਦਾਖਲ ਹੋ ਰਹੀਆਂ ਨੇ, ਸਾਰਾ ਕੁਝ ਹੋ ਰਿਹਾ। ਪਰ ਬੀਤੇ ਸਮਿਆਂ ਦੇ ਵਿੱਚ ਵੱਡੇ ਬੰਦਿਆਂ ਦੇ ਖਿਲਾਫ ਹੋਏ ਕੇਸ ਵਾਪਸ ਕਿਉਂ ਹੋਏ, ਕਿਹੜੇ ਅਧਿਕਾਰੀਆਂ ਨੇ ਕੀਤੇ, ਉਹਨਾਂ ਦੇ ਵਿੱਚ ਦਸਤਾਵੇਜ਼ ਕਿਹੜੇ ਸੀ, ਵਾਪਸ ਕਿਉਂ ਹੋਏ, ਕੋਈ ਉਧਰ ਕੰਨ ਨਹੀਂ ਧਰਦਾ। ਬੀ ਟੀਮ ਹੋਣ ਦਾ ਦੋਸ਼ ਇੱਕ ਦੂਜੇ ਤੇ ਸਾਰੇ ਲਾਈ ਜਾਂਦੇ। ਹੁਣ ਪਤਾ ਨਹੀਂ ਇੱਥੇ A ਕੌਣ ਤੇ B ਕੌਣ ਤੇ C ਕੌਣ। ਭਾਸਕਰ ਸਾਹਿਬ, ਇਹੀ ਮਾਮਲੇ ਛੋਟੇ ਪੱਧਰ ਤੇ ਲੜਾਈ ਦੇ ਵਿੱਚ ਵੀ ਚੱਲਦੇ ਰਹਿੰਦੇ ਆ। ਕੁਲਦੀਪ ਸਿੰਘ ਚਾਹਲ SSP ਰਹੇ ਚੰਡੀਗੜ੍ਹ ਦੇ, ਗਲਤੀ ਤਾਂ ਉੱਥੇ ਵੀ ਹੋਈ ਹੋਊਗੀ, ਕੰਡਕਟ ਦੀ ਗੱਲ ਆਉਂਦੀ ਆ, ਕਈ ਤਰ੍ਹਾਂ ਦੇ ਐਲੀਗੇਸ਼ਨਸ ਦੀ ਗੱਲ ਆਉਂਦੀ ਆ। ਮੈਨੂੰ ਯਾਦ ਹੈ ਜਦੋਂ ਕੁਲਦੀਪ ਸਿੰਘ ਚਾਹਲ ਦੀ ਰਿਕਮੈਂਡੇਸ਼ਨ ਪਿਛਲੀ ਵਾਰ ਹੋਈ ਸੀ, ਜਦੋਂ ਉਹ SSP ਲੱਗਦੇ ਆ, ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ ਔਰ ਉਸ ਦੌਰ ਦੇ ਵਿੱਚ ਗਵਰਨਰ ਨੇ ਪਹਿਲੀ ਨਜ਼ਰ ਦੇ ਵਿੱਚ ਮਨਾ ਕਰਤਾ ਸੀ, ਕਿਸੇ ਹੋਰ ਨੂੰ ਪ੍ਰਵਾਨਗੀ ਦਿੱਤੀ ਸੀਗੀ। ਲੇਕਿਨ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਨੇੜਲੇ ਜਿਹੜੇ ਸਿਆਸੀ ਖੇਤਰਾਂ ਤੋਂ ਆਉਂਦੇ, ਉਹਨਾਂ ਦੇ ਪੁਰਾਣੇ ਬੰਦੇ, ਚਰਚਿਤ ਵੀ ਨੇ, ਅੱਜ ਕੱਲ ਵੀ ਨੇ, ਚਰਚਿਤ ਰਹੇ ਵੀ ਨੇ, ਉਹਨਾਂ ਨੇ ਜ਼ੋਰ ਦੇ ਕੇ
ਕੈਪਟਨ ਸਾਹਿਬ ਤੋਂ ਗਵਰਨਰ ਸਾਹਿਬ ਦੀ ਸਹਿਮਤੀ ਕਰਾ ਕੇ ਲਵਾਇਆ ਸੀ। ਕੁਲਦੀਪ ਸਿੰਘ ਚਾਹਲ CBI ਦੀ ਜਾਂਚ 'ਚ ਤੁਰੇ ਫਿਰਨਗੇ, ਇਹ ਗੱਲ ਤੁਰੀ ਫਿਰਦੀ, ਦੱਸੋ ਜ਼ਰਾ। ਕੁਲਦੀਪ ਸਿੰਘ ਚਾਹਲ ਚੰਡੀਗੜ੍ਹ ਦੇ SSP ਹੁੰਦੇ ਸੀ, ਔਰ ਜਿਸ ਤਰ੍ਹਾਂ ਕਿ ਗਵਰਨਰ ਸਾਹਿਬ ਨੇ 10 ਮਹੀਨੇ ਪਹਿਲੇ ਉਹਨਾਂ ਦੇ ਟੈਨਿਓਰ ਕੰਪਲੀਟ ਹੋਣ ਤੋਂ ਪਹਿਲੇ ਉਹਨਾਂ ਨੂੰ ਹਟਾ ਦਿੱਤਾ ਸੀਗਾ। ਹਟਾਉਣ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਸਟਰੋਂਗ ਚਿੱਠੀ ਲਿਖੀ ਸੀ, ਬਈ ਇਹ ਠੀਕ ਨਹੀਂ ਹੈਗਾ, ਸਾਡਾ ਪੰਜਾਬ ਦਾ ਜਿਹੜਾ ਰੇਸ਼ੀਓ ਹੈਗਾ ਚੰਡੀਗੜ੍ਹ ਦੇ ਵਿੱਚ ਅਫਸਰ ਲਾਉਣ ਦਾ, ਉਹ ਡਿਸਟਰਬ ਹੋਇਆ, ਔਰ ਉਹਦੇ ਉੱਤੇ ਪ੍ਰੋਟੈਸਟ ਵੀ ਕੀਤਾ ਸੀ। ਬਾਅਦ ਚੋਂ ਗਵਰਨਰ ਸਾਹਿਬ ਨੇ ਵੀ ਇੱਕ ਚਿੱਠੀ ਲਿਖੀ ਸੀ ਕਿ ਵੀ ਤੁਸੀਂ ਆਪਣੇ ਫੈਕਟਸ ਚੈੱਕ ਕਰੋ। ਮੈਂ ਨਵੰਬਰ 28 ਨੂੰ ਚੀਫ ਸੈਕਟਰੀ ਨੂੰ ਮਿਲ ਕੇ ਇਹ ਸਾਰੀ ਗੱਲਾਂ ਦੱਸਦੀ ਸੀ ਕਿ ਕਿਸ ਤਰੀਕੇ ਦੇ ਐਲੀਗੇਸ਼ਨਸ ਕੁਲਦੀਪ ਸਿੰਘ ਚਾਹਲ ਦੇ ਖਿਲਾਫ ਹੈਗੇ ਨੇ, ਔਰ ਉਹਨਾਂ ਨੂੰ ਮਿਸਕੰਡਕਟ ਵਾਸਤੇ ਔਰ ਕਰਪਸ਼ਨ ਵਾਸਤੇ ਉਹਨਾਂ ਨੂੰ ਹਟਾਇਆ ਜਾ ਰਿਹਾ। ਬਾਅਦ ਚੋਂ ਚਲੋ ਇਸ ਮੁੱਦੇ ਤੇ ਤਣਾਵ ਚੀਫ ਮਿਨਿਸਟਰ ਦਾ ਤੇ ਮੁੱਖ ਮੰਤਰੀ ਦਾ ਤੇ ਗਵਰਨਰ ਸਾਹਿਬ ਦਾ ਤੇ ਖਤਮ ਹੋ ਗਿਆ, ਪਰ ਹਜੇ ਕੁਲਦੀਪ ਸਿੰਘ ਚਾਹਲ ਉਹਨਾਂ ਦੀ ਮੁਸ਼ਕਿਲਾਂ ਖਤਮ ਨਹੀਂ ਹੋਈ। ਕੱਲ ਇੱਕ ਖਬਰ ਨਸ਼ਰ ਹੋਈ, CBI ਨੇ ਮੁੱਢਲੀ ਜਾਂਚ ਜਾਂ ਮੁੱਢਲੀ ਪ੍ਰੀਲਿਮਿਨਰੀ ਇਨਕੁਆਇਰੀ ਦੀ ਇੱਕ ਕੰਪਲੇਂਟ ਰਜਿਸਟਰਡ ਕਰ ਲਈ ਹੈ, ਔਰ ਗਵਰਨਰ ਸਾਹਿਬ ਦੀ ਉਸ ਰੈਫਰੈਂਸ ਦੇ ਉੱਤੇ ਹੀ ਇਹ ਗੱਲ ਕੀਤੀ ਗਈ ਹੈ। ਇਹ ਵੀ ਗੱਲ CBI ਨੇ ਖੁਲਾਸਾ ਕੀਤਾ ਹੈ, ਇਨਕੁਆਇਰੀ ਸ਼ੁਰੂ ਹੋ ਗਈ ਹੈ, ਕਿੰਨੇ ਕੁ ਦੋਸ਼ੀ ਪਾਏ ਜਾਂਦੇ ਨੇ, ਪਰ ਇਹ ਗੱਲ ਇਨਕੁਆਇਰੀ ਹੈ ਕਿਸ ਗੱਲ ਦੀ। ਤੁਹਾਨੂੰ ਯਾਦ ਹੋਏਗਾ ਜਦ ਮਿਸਕੰਡਕਟ ਦੀ ਗੱਲ ਗਵਰਨਰ ਸਾਹਿਬ ਨੇ ਕੀਤੀ ਸੀ, ਔਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਇੱਕ ਮਾਲ ਦੇ ਵਿੱਚ ਕਿਸ ਤਰ੍ਹਾਂ ਇੱਕ ਮਹਿਲਾ ਨੂੰ ਟੌਰਚਰ ਕੀਤਾ ਗਿਆ ਸੀ, ਉਹ ਸਾਰੇ ਮੁੱਦੇ ਦੇ ਉੱਤੇ ਹੁਣ CBI ਡਿਟੇਲਡ ਇਨਕੁਆਇਰੀ ਕਰ ਰਹੀ ਹੈ। ਕੋਈ ਪੈਸਿਆਂ ਦਾ ਲੈਣ ਦੇਣ ਹੋਇਆ, ਕੋਈ ਕਰਪਸ਼ਨ ਦੇ ਚਾਰजेस ਕਿੱਦਾਂ ਸਬਸਟੈਂਸ਼ੀਏਟ ਹੁੰਦੇ ਨੇ। ਪਰ ਕੁਲਦੀਪ ਸਿੰਘ ਚਾਹਲ ਉਹਨਾਂ ਨੂੰ ਜਦ ਕੱਲ ਪੁੱਛਿਆ ਗਿਆ ਕਿ ਵੀ ਤੁਹਾਡੀ CBI ਦੇ ਖਿਲਾਫ CBI ਨੇ ਇਨਕੁਆਇਰੀ ਸ਼ੁਰੂ ਕੀਤੀ ਹੈ, ਉਹ ਕਹਿੰਦੇ ਮੇਰੇ ਕੋਲ ਕੋਈ ਵੀ ਰਿਟਨ ਨੋਟਿਸ ਨਹੀਂ ਆਇਆ, ਇਹ ਗੱਲ ਮੈਂ ਮੀਡੀਆ ਦੇ ਵਿੱਚ ਹੀ ਸੁਣੀ ਹੈ, ਔਰ ਜਦ ਮੈਂ ਇਸ ਮੁੱਦੇ ਤੇ ਕੋਈ ਬੋਲ ਵੀ ਨਹੀਂ ਸਕਦਾ, ਕਾਰਨ ਕਿ ਜੇ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਮੇਰੇ ਖਿਲਾਫ ਕੋਈ ਇਨਕੁਆਇਰੀ ਹੋਈ ਹੈ। ਪਰ ਇਹ 2009 ਦੇ IPS ਆਫੀਸਰ ਨੇ, ਇਹ ਚੰਡੀਗੜ੍ਹ ਦੇ ਵਿੱਚ ASI ਹੁੰਦੇ ਸੀ ਜਦ ਉਹਨਾਂ ਨੇ UPSC ਦਾ IPS ਦਾ ਐਗਜ਼ਾਮ ਪਾਸ ਕੀਤਾ ਸੀਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਚਹੇਤਿਆਂ ਦੇ ਕਾਫੀ ਚਹੇਤੇ ਸੀਗੇ। ਹੁਣ ਇਸ ਅਗਨੀਪਤ ਤੋਂ ਕਿੱਦਾਂ ਨਿਕਲ ਕੇ ਉਹ ਬਾਹਰ ਆਉਂਦੇ ਨੇ। ਉਹਨਾਂ ਦੀ ਜਦ ਇਸ ਮਿਸਕੰਡਕਟ ਦੇ ਉੱਤੇ ਉਹਨਾਂ ਨੂੰ ਚੰਡੀਗੜ੍ਹ ਤੋਂ ਹਟਾਇਆ ਗਿਆ ਸੀ, ਤੁਹਾਨੂੰ ਯਾਦ ਹੋਏਗਾ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ DGP ਨੇ ਇਹ ਗੱਲ ਕਹੀ ਸੀ ਕਿ ਸਾਨੂੰ ਕੋਈ ਵੀ ਸਪੈਸੀਫਿਕ ਕੰਪਲੇਂਟ ਗਵਰਨਰ ਸਾਹਿਬ ਨੇ ਨਹੀਂ ਭੇਜੀ, ਔਰ ਉਹਨਾਂ ਨੂੰ ਪ੍ਰਮੋਟ ਕਰਕੇ DIG ਵੀ ਬਣਾ ਦਿੱਤਾ ਗਿਆ ਸੀ, ਔਰ ਅੱਜ ਕੱਲ ਇਹ ਜਲੰਧਰ ਦੇ ਵਿੱਚ ਬਤੌਰ ਪੁਲਿਸ ਕਮਿਸ਼ਨਰ ਤੈਨਾਤ ਨੇ। ਪਰ ਮੁਸ਼ਕਿਲਾਂ ਕਿੰਨੀ ਕੁ ਅੱਗੇ ਵੱਧਦੀ ਹੈ ਇਹ ਅੱਗੇ ਚੱਲ ਕੇ ਪਤਾ ਲੱਗੂਗਾ, ਕਿਉਂਕਿ ਹਜੇ ਤੇ ਪ੍ਰੀਲਿਮਿਨਰੀ ਇਨਕੁਆਇਰੀ ਸ਼ੁਰੂ ਹੋਈ ਹੈ। ਇਸ ਇਨਕੁਆਇਰੀ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ, ਇਹ ਕੁਲਦੀਪ ਸਿੰਘ ਚਾਹਲ ਉਹਨਾਂ ਦਾ ਫਿਊਚਰ ਤੈਅ ਕਰ ਸਕਦਾ ਹੈ। ਇੰਦਰਪ੍ਰੀਤ ਜੀ, ਤੁਸੀਂ ਚੰਡੀਗੜ੍ਹ 'ਚ ਸੱਤਾ ਦੇ ਘੇਰਿਆਂ 'ਚੋਂ, ਔਰ ਤੁਹਾਡੀ ਉਹਨਾਂ ਅਫਸਰਾਂ ਨਾਲ ਰਾਬਤਾ ਵੀ ਤੁਹਾਡਾ ਹੁੰਦਾ ਹੈ ਜਿਨ੍ਹਾਂ ਦੀ ਗੱਲਬਾਤ ਗਵਰਨਰ ਸਾਹਿਬ ਨਾਲ ਉਸ ਦੌਰ ਦੇ ਵਿੱਚ ਹੋ ਰਹੀ ਸੀ ਇਸ ਮੁੱਦੇ ਦੇ ਉੱਤੇ। ਕੀ ਗਵਰਨਰ ਵੱਲੋਂ ਕੋਈ ਇਹਨਾਂ ਦੇ ਖਿਲਾਫ ਦੋਸ਼ਾਂ ਦੀ ਫਹਿਰਿਸਤ ਕੋਈ ਭੇਜੀ ਗਈ, ਕੋਈ ਰਿਟਨ ਦੇ ਵਿੱਚ ਸਰਕਾਰ ਕੋਲ ਇਸ ਤਰ੍ਹਾਂ ਦਾ ਗਵਰਨਰ ਸਾਹਿਬ ਦਾ ਕੋਈ ਵਿਊ ਪੁਆਇੰਟ ਨਜ਼ਰੀਆ ਆਇਆ ਕਿ ਪੰਜਾਬ ਸਰਕਾਰ ਨੇ ਗਵਰਨਰ ਦੇ ਕਹਿਣ ਤੋਂ ਬਾਅਦ ਜ਼ਰੂਰੀ ਨਹੀਂ ਸਮਝਿਆ ਕਿ ਇਹਦੀ ਜਾਂਚ ਉਦੋਂ ਕਰਾ ਲੈਂਦੇ, ਔਰ DPC ਤੋਂ ਬਾਅਦ ਪ੍ਰਮੋਸ਼ਨ ਹੁੰਦੀ ਆ, ਪ੍ਰਮੋਸ਼ਨ ਤੋਂ ਬਾਅਦ ਉਹ ਜਲੰਧਰ 'ਚ CP ਲੱਗ ਜਾਂਦੇ ਆ, ਜਲੰਧਰ 'ਚ ਗਵਰਨਰ ਸਾਹਿਬ ਆਉਂਦੇ ਆ, ਝੰਡਾ ਚਲਾਉਣ ਲਈ ਉਹ ਗਵਰਨਰ ਸਾਹਿਬ ਨੂੰ ਜਲੰਧਰ ਦੀ ਬਜਾਏ ਲੁਧਿਆਣੇ ਵਰਗੇ ਇੰਨੀ ਘਣੀ ਗਿਣਤੀ ਵਾਲੇ ਸ਼ਹਿਰ ਦੇ ਵਿੱਚ ਭੇਜ ਦਿੰਦੇ ਪਾਪੂਲੇਸ਼ਨ ਦੇ ਵਿੱਚ। ਇਹ ਸਵਾਲ ਸਾਰੇ ਇਕੱਠੇ ਨੇ ਵੀ ਹੁਣ ਘੇਰਾਬੰਦੀ ਸਖਤ ਹੋ ਗਈ ਆ, ਉਹ ਦੌਰ ਦੀ ਜਿਹੜੀ ਚਿੱਠੀ ਪੱਤਰ ਜਾਂ ਜ਼ੁਬਾਨੀ ਕਲਾਮੀ ਗੱਲਾਂ ਬਾਤਾਂ, ਇੱਕ ਵਾਰੀ ਉਹਨਾਂ ਬਾਰੇ ਥੋੜੀ ਜਿਹੀ ਵੇਰਵਾ ਦੇ ਦਿਓ। ਅਸਲ 'ਚ ਜਦੋਂ ਇਹ ਇਸ਼ੂ ਆਇਆ ਸੀ, DGP ਜਿਹੜੇ ਹੈਗੇ ਨੇ ਚੰਡੀਗੜ੍ਹ ਦੇ, ਉਹਨਾਂ ਨੇ ਗਵਰਨਰ ਸਾਹਿਬ ਨੂੰ ਕੁਲਦੀਪ ਚਾਹਲ ਬਾਰੇ ਜੋ ਵੀ ਉਹਨਾਂ ਦਾ ਮਿਸਕੰਡਕਟ ਸੀ, ਜੋ ਉਹਨਾਂ ਨੇ ਇਨਕੁਆਇਰੀ ਕਰਾਈ, ਪ੍ਰੀਲਿਮਿਨਰੀ ਇਨਕੁਆਇਰੀ ਕਰਾਈ, ਕੰਪਲੇਂਟ ਜੋ ਵੀ ਆਈ ਸੀ ਉਹਦੇ ਬਾਰੇ ਗਵਰਨਰ ਸਾਹਿਬ ਨੂੰ ਦੱਸਿਆ ਸੀ। ਤਾਂ ਉਹਦੀ ਇਹ ਗਵਰਨਰ ਸਾਹਿਬ ਨੇ ਚੀਫ ਸੈਕਟਰੀ ਨੂੰ ਬੁਲਾਇਆ ਵੀ ਸੀ ਉੱਥੇ, ਵੀ ਇਹ ਸਾਰਾ ਦੱਸਿਆ ਵੀ ਉਹਨਾਂ ਨੂੰ ਕਿ ਬਈ ਇਸ ਤਰ੍ਹਾਂ ਦਾ ਅਸੀਂ ਇਹਨੂੰ ਰੀਪੈਟਰੀਏਟ ਕਰਨਾ ਚਾਹੁੰਦੇ ਹਾਂ, ਸਾਨੂੰ ਨਹੀਂ ਚਾਹੀਦਾ। ਤਾਂ ਮੇਰਾ ਖਿਆਲ ਹੈ ਕਿ ਜਿਹੜੇ ਆਫੀਸਰਸ ਜਾਂ ਇਹਨਾਂ ਨਾਲ ਗਵਰਨਰ ਸਾਹਿਬ ਨਾਲ ਉਸ ਟਾਈਮ ਗੱਲ ਕਰ ਰਹੇ ਸੀ ਪੰਜਾਬ ਸਰਕਾਰ ਵੱਲੋਂ, ਉਹਨਾਂ ਨੇ ਇਹ ਗੱਲ ਕਹੀ ਸੀ ਉਹਨਾਂ ਨੂੰ ਕਿ ਵੀ 2 ਜਾਂ 3 ਮਹੀਨੇ ਤੁਸੀਂ ਰੁਕ ਜਾਓ, ਕਿਉਂਕਿ ਇਹ ਵੈਸੇ ਹੀ ਅਸੀਂ ਵੀ ਰੀਪੈਟਰੀਏਟ ਅਰਲੀ ਕਰ ਲੈਣਾ ਹੈ, ਕਿਉਂਕਿ ਇਹਨਾਂ ਦੀ DIG ਦੀ ਪ੍ਰਮੋਸ਼ਨ ਡਿਊ ਹੈ। ਤਾਂ 2-3 ਮਹੀਨੇ ਦੀ ਗੱਲ ਹੈਗੀ ਹੈ, ਤੇ 2-3 ਮਹੀਨੇ ਤੁਸੀਂ ਕੰਮ ਚਲਾ ਲਓ। ਔਰ ਜੋ ਮੇਰੀ ਸੂਚਨਾ ਹੈਗੀ ਹੈ ਉਹਦੇ ਵਿੱਚ ਇਹ ਸੀ ਕਿ ਉਸ ਟਾਈਮ ਗਵਰਨਰ ਸਾਹਿਬ ਮੰਨ ਗਏ ਸੀ ਇਸ ਗੱਲ ਨੂੰ ਕਿ ਠੀਕ ਹੈ, ਮਤਲਬ ਅਸੀਂ ਵੇਟ ਕਰ ਲੈਂਦੇ ਹਾਂ, ਪਰ ਇਹਨਾਂ ਨੂੰ ਜਲਦੀ ਰੀਪੈਟਰੀਏਟ ਕਰੋ ਔਰ ਨਵਾਂ ਪੈਨਲ ਭੇਜੋ। ਇਹ ਵੀ ਨਾਲ ਹੋਈ ਸੀ ਗੱਲ ਕਿ ਨਵਾਂ ਪੈਨਲ ਵੀ ਉਸੇ ਟਾਈਮ ਭੇਜੋ, ਪਰ ਉੱਥੇ ਪ੍ਰੋਬਲਮ ਇਹ ਸੀ ਕਿ ਨਵਾਂ ਪੈਨਲ ਤਾਂ ਹੀ ਭੇਜਿਆ ਜਾ ਸਕਦਾ ਜੇ ਪੁਰਾਣਾ ਵਾਲਾ ਬੰਦਾ ਚਲਾ ਗਿਆ।
ਹਜੇ ਪੁਰਾਣਾ ਵਾਲਾ ਬੰਦਾ ਹਜੇ ਪੋਸਟਿੰਗ ਤੇ ਨਵਾਂ, ਇਸ ਕਰਕੇ ਸਰਕਾਰ ਨੇ ਭੇਜਿਆ ਨਹੀਂ। ਹੋਮ ਸੈਕਟਰੀ ਤੱਕ ਇਹ ਗੱਲ ਗਈ ਸੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਸਾਡਾ ਬੰਦਾ ਹਜੇ ਵਾਪਸ ਹੀ ਨਹੀਂ ਆਇਆ ਤਾਂ ਮੈਂ ਹਜੇ ਨਵਾਂ ਪੈਨਲ ਕਿਵੇਂ ਭੇਜਾਂ, ਉਹਦੀ ਤਾਂ ਟੈਨਿਓਰ 10 ਮਹੀਨੇ ਦੀ ਪਈ ਹੈ ਹਜੇ, ਤੇ ਹਜੇ ਤੱਕ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਲਿਖਿਤ ਆਰਡਰ ਨਹੀਂ ਹੈ ਕਿ ਉਹਨੂੰ ਅਰਲੀ ਰਿਪੈਟਰੀਏਟ ਕੀਤਾ ਜਾ ਰਿਹਾ ਆਪਣੀ ਕਾਡਰ ਦੇ ਵਿੱਚ। ਸੋ ਉਦੋਂ ਇਹ ਗੱਲ ਰੁਕ ਗਈ। ਫਿਰ ਪਤਾ ਨਹੀਂ ਕਿਉਂ 3 ਦਿਨ ਬਾਅਦ ਅਚਾਨਕ ਉਹਨਾਂ ਨੂੰ ਇੱਕ ਆਰਡਰ ਜਾਰੀ ਕਰਕੇ ਤੁਰੰਤ ਰਿਲੀਵ ਕਰਤਾ ਔਰ ਪੰਜਾਬ ਦੇ ਵਿੱਚ ਭੇਜਤਾ, ਔਰ ਉਹਦਾ ਜਿਹੜਾ ਚਾਰਜ ਸੀ ਉਹ ਜਿਹੜਾ ਯੂਟੀ ਦੇ ਵਿੱਚ ਪਹਿਲਾਂ ਹੀ ਜਿਹੜਾ ਇੱਕ ਆਫੀਸਰ ਲੱਗਿਆ ਸੀ ਉਹਨੂੰ ਦੇਤਾ। ਉੱਥੇ ਵੀ ਜਿਹੜੀ ਤੁਸੀਂ ਪਹਿਲਾਂ ਗੱਲ ਭਾਸਕਰ ਸਾਹਿਬ ਨੇ ਵੀ ਕੀਤੀ ਸੀ ਕਿ ਮੁੱਖ ਮੰਤਰੀ ਨੇ ਜਿਹੜਾ ਇੱਕ ਮਤਲਬ ਇਹ ਕਿਹਾ ਕਿ ਵੀ ਇਹ ਗਲਤ ਹੋ ਗਿਆ, ਸਾਡਾ ਬੰਦਾ ਉੱਥੇ ਚਾਹੀਦਾ ਸੀ, ਸਾਡਾ ਉਹ ਘਟਦਾ ਜਾ ਰਿਹਾ ਪੰਜਾਬ ਦਾ। ਉਹ ਇਹ ਨਹੀਂ ਸੀ, ਉਹ ਹਮੇਸ਼ਾ ਤੋਂ ਹੀ ਹੁੰਦਾ ਜਦੋਂ ਵੀ ਕੋਈ ਕਿਸੇ ਵੀ ਸਟੇਟ ਦਾ, ਚਾਹੇ ਉਹ ਹਰਿਆਣਾ ਦਾ ਚਲਾ ਜਾਏ ਚਾਹੇ ਪੰਜਾਬ ਦਾ ਵਾਪਸ ਚਲਾ ਜਾਏ, ਜਦ ਤੱਕ ਨਵਾਂ ਨਹੀਂ ਆਂਦਾ ਤਾਂ ਚਾਰਜ ਤਾਂ ਕਿਸੇ ਨੂੰ ਵੀ ਦੇ ਸਕਦੇ ਆ। ਔਰ ਗਵਰਨਰ ਸਾਹਿਬ ਨੇ ਵੀ ਇਹ ਕਿਹਾ ਸੀ ਕਿ ਮੈਂ ਚਾਰਜ ਹੀ ਦਿੱਤਾ, ਕਿਸੇ ਕੋਈ ਨਵਾਂ ਮੈਂ ਨਿਯੁਕਤ ਨਹੀਂ ਕੀਤਾ, ਤੁਸੀਂ ਆਪਣਾ ਉਹ ਭੇਜੋ। ਤਾਂ ਮੈਂ ਜਦੋਂ ਪਤਾ ਕੀਤਾ ਇਹ ਸਾਰੇ ਉਹਦੇ ਉੱਤੇ ਕੀ ਹੋਇਆ ਕੀ ਹੈ, ਕਿਉਂ ਨਹੀਂ ਦੇ ਰਹੇ, ਤਾਂ ਪਤਾ ਚੱਲਿਆ ਕਿ ਗਵਰਨਰ ਸਾਹਿਬ ਨੇ ਰਿਟਨ 'ਚ ਨਹੀਂ ਕੋਈ ਕੰਪਲੇਂਟ ਕੀਤੀ, ਉਹਨਾਂ ਨੂੰ ਵਾਪਿਸ ਤਾਂ ਭੇਜਤਾ ਮਿਸਕੰਡਕਟ ਕਹਿ ਕੇ। ਪਰ ਹੁਣ ਕਿਸ ਚੀਜ਼ ਦਾ ਮਿਸਕੰਡਕਟ, ਉਹ ਜਿਹੜੀ ਇੱਕ ਕੇਸ ਸੀਗਾ ਉਹਦੀ ਕੋਈ ਡਿਟੇਲਸ ਨਹੀਂ ਭੇਜੀਆਂ ਤਾਂ ਕਿ ਜੇ ਸਰਕਾਰ ਕੋਲੇ, ਪੰਜਾਬ ਸਰਕਾਰ ਕੋਲੇ ਸਪੋਜ਼ ਬੰਦਾ ਉਹਨਾਂ ਦਾ ਵਾਪਿਸ ਆ ਗਿਆ ਤਾਂ ਉਹ ਕਿਸ ਬਿਹਾਫ ਤੇ ਕਾਰਵਾਈ ਕਰਨ। ਇਹ ਜਿਹੜੀ ਰਿਟਨ ਜੀ ਇੱਕ ਹੁੰਦੀ ਹੈ, ਮਤਲਬ ਇੱਕ ਆਪਾਂ ਕਹਿੰਦੇ ਆ ਵੀ ਇੱਕ ਨਿਯਮ ਹੈ ਵੀ ਤੁਸੀਂ ਲਿਖਿਤ 'ਚ ਭੇਜੋ ਕਿ ਕਿਸ ਗੱਲ ਦੀ ਇਨਕੁਆਇਰੀ ਕਰਨੀ ਹੈ ਤਾਂ ਹੀ ਕੀਤੀ ਜਾ ਸਕਦੀ ਹੈ। ਪਰ ਤੁਹਾਨੂੰ ਯਾਦ ਹੋਊਗਾ ਰੰਧਾਵਾ ਸਾਹਿਬ, ਜਦੋਂ ਦੇ ਉਹ ਵਾਪਿਸ ਗਏ ਸੀ ਉਹਨਾਂ ਨੂੰ ਕਾਫੀ ਲੰਬਾ ਸਮਾਂ ਤੱਕ ਪੋਸਟਿੰਗ ਨਹੀਂ ਦਿੱਤੀ ਗਈ। ਉਹ ਇਸੇ ਕਰਕੇ ਹੀ ਵੇਟ ਹੋ ਰਹੀ ਸੀ ਕਿ ਸ਼ਾਇਦ ਗਵਰਨਰ ਸਾਹਿਬ ਕੋਈ ਲਿਖਿਤ 'ਚ ਆਰਡਰ ਭੇਜਣ ਕਿ ਆਹ ਕੰਪਲੇਂਟ ਹੈ ਇਹਨਾਂ ਦੇ ਖਿਲਾਫ, ਇਹ ਅਸੀਂ ਪ੍ਰੀਲਿਮਿਨਰੀ ਇਨਕੁਆਇਰੀ ਵੀ ਕੀਤੀ ਹੈ ਔਰ ਇਹਨਾਂ ਦੇ ਵਿੱਚ ਇਹਨਾਂ ਦਾ ਇਹ ਮਿਸਕੰਡਕਟ ਸਾਹਮਣੇ ਆ ਰਿਹਾ ਹੈ, ਇਹਦੀ ਡਿਟੇਲ ਇਨਕੁਆਇਰੀ ਜਿਹੜੀ ਹੈਗੀ ਹੈ ਉਹ ਤੁਸੀਂ ਕਰੋ ਔਰ ਮੈਨੂੰ ਭੇਜੋ। ਪਰ ਇਹ ਉਹਨਾਂ ਨੇ ਨਹੀਂ ਕੀਤਾ, ਜਿਸ ਕਰਕੇ ਗਵਰਨਮੈਂਟ ਇਹ ਵੇਟ ਕਰਦੀ ਰਹੀ ਕਿ ਸ਼ਾਇਦ ਕੋਈ ਆਏ। ਫਿਰ ਜਦੋਂ ਨਹੀਂ ਆਇਆ ਤਾਂ ਉਹਨਾਂ ਦੀ ਜੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਉਹਨਾਂ ਦੀ ਪ੍ਰਮੋਸ਼ਨ ਡਿਊ ਸੀ, ਉਹਨਾਂ ਨੂੰ DIG ਬਣਾਉਣਾ ਸੀਗਾ, ਗਵਰਨਮੈਂਟ ਨੇ ਉਹਨਾਂ ਨੂੰ DIG ਬਣਾ ਕੇ ਜਲੰਧਰ ਦਾ ਪੁਲਿਸ ਕਮਿਸ਼ਨਰ ਲਗਾਤਾ। ਹੁਣ ਫਿਰ ਤੋਂ ਨਵੇਂ ਸਿਰੇ ਤੋਂ ਇੱਕ ਜਿਹੜੀ ਹੈਗੀ ਹੈ ਗਵਰਨਰ ਸਾਹਿਬ ਨੇ ਇਹ ਲਿਖ ਕੇ ਭੇਜਿਆ ਕਿ ਤੁਸੀਂ ਇਹਦੀ ਇਨਕੁਆਇਰੀ CBI, ਮਤਲਬ CBI ਨੂੰ ਲਿਖ ਕੇ ਭੇਜਿਆ ਕਿ ਇਹਦੇ ਖਿਲਾਫ ਇਨਕੁਆਇਰੀ ਕਰੋ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਲੱਗਦਾ ਹੈ ਇਹ ਗਵਰਨਰ ਸਾਹਿਬ ਨੂੰ ਕਿ ਜੇ ਮੈਂ ਪੰਜਾਬ ਸਰਕਾਰ ਨੂੰ ਇਹ ਕਿਹਾ ਤਾਂ ਪੰਜਾਬ ਸਰਕਾਰ ਤਾਂ ਇਨਕੁਆਇਰੀ ਕਰ ਨਹੀਂ ਰਹੀ ਹੈ, ਤਾਂ ਮੈਂ, ਕਿਉਂਕਿ ਉਹ ਅਥਾਰਟੀ ਹੈਗੇ ਹੈ ਔਰ ਉਹ ਉਸ ਟਾਈਮ ਦੀ ਇਨਕੁਆਇਰੀ ਹੈ ਜਦੋਂ ਉਹ ਬੰਦਾ ਉਹਨਾਂ ਕੋਲੇ ਸੀ, SSP ਦੇ ਤੌਰ ਤੇ ਉਹਨਾਂ ਕੋਲੇ ਸੀ, ਉਹ ਪ੍ਰਸ਼ਾਸਕ ਸੀਗੇ। ਤਾਂ ਮੈਨੂੰ ਲੱਗਦਾ ਕਿ ਉਹ ਇਸ ਕਰਕੇ SSP ਦੀ ਜਿਹੜੀ ਇਨਕੁਆਇਰੀ ਹੈ ਉਹ ਹੁਣ CBI ਨੂੰ ਦੇਤੀ ਗਈ ਹੈ। ਹਾਂ, ਇਹ ਅਹਿਮ ਸਵਾਲ ਆ ਕਿ ਕੀ ਗਵਰਨਰ ਸਾਹਿਬ ਨੇ ਲਿਖ ਕੇ ਕੁਝ ਭੇਜਿਆ? ਅਜੇ ਤੱਕ ਬਾਹਰ ਨਹੀਂ ਆਇਆ ਕਿ ਗਵਰਨਰ ਸਾਹਿਬ ਨੇ CBI ਨੂੰ ਲਿਖਿਆ। ਜਿੱਦਾਂ ਲੈਫਟੀਨੈਂਟ ਗਵਰਨਰ ਦਿੱਲੀ ਸਕਸੇਨਾ ਸਾਹਿਬ ਨੇ ਆਪਣੀ ਚੀਫ ਸੈਕਟਰੀ ਦੀ ਰਿਪੋਰਟ ਦੇ ਉੱਤੇ CBI ਨੂੰ ਲਿਖ ਕੇ ਭੇਜਤਾ ਸੀ ਐਕਸਾਈਜ਼ ਪਾਲਿਸੀ ਤੇ ਵੀ ਲਓ ਜਰਾ ਇਹਨਾਂ ਦੀ ਕਲਾਸ ਖਿੱਚੋ ਕੰਮ। ਭਾਸਕਰ ਸਾਹਿਬ, ਅੱਜ 3 ਤਰੀਕ ਹੈ, ਸੁੱਖ ਨਾਲ 3 ਤਰੀਕ ਨੂੰ ਉਡੀਕੀ ਜਾ ਰਹੀ ਕੈਬਨਿਟ ਮੀਟਿੰਗ ਹੋਣੀ ਹੈ। ਵੈਸੇ ਹੁਣ ਪਿਛਲੇ ਕਾਫੀ ਕੈਬਨਿਟ ਮੀਟਿੰਗਾਂ 'ਚੋਂ ਕੋਈ ਵੱਡਾ ਸੱਪ ਤਾਂ ਨਿਕਲਦਾ ਨਹੀਂ, ਮੀਟਿੰਗ ਰਸਮ ਰਹਿ ਜਾਂਦੀ ਹੈ। ਮੈਨੂੰ ਲੱਗਦਾ ਜਿਹੜੇ ਰੂਟੀਨ ਦੇ ਏਜੰਡੇ ਉਹਨਾਂ ਤੇ ਕੰਮ ਕਰਕੇ ਹਟ ਜਾਂਦੇ। ਐਰਕੀ ਸਨਅਤੀ ਨੀਤੀ ਦਾ ਰੌਲਾ ਪੈਂਦਾ, ਚਲੋ ਸਨਅਤੀ ਨੀਤੀ ਤਾਂ ਬੜੀ ਵਾਰੀ ਰੌਲਿਆਂ 'ਚ ਹੀ ਗੁੰਮ ਜਾਂਦੀ ਹੈ। ਪਰ ਮੈਨੂੰ ਇਹ ਦੱਸੋ ਵੀ ਜਦੋਂ ਇਹ ਅੱਜ ਮਿਲਣਗੇ, ਇਹ ਆਜ਼ਾਦੀ ਕਾ ਅੰਮ੍ਰਿਤ ਮਹਾ ਉਤਸਵ, ਉਹ ਜਿਹੜੀ ਰਾਹਤ ਮਿਲਣੀ ਸੀ ਕੈਦੀਆਂ ਨੂੰ, ਉਹਦੇ ਤੇ ਗੌਰ ਕਰਨਗੇ? ਇਹਦੇ ਵਿੱਚ ਫੇਰ ਸਿੱਧੂ ਦਾ ਜ਼ਿਕਰ ਆਊਗਾ ਕੋਈ ਕਿ ਨਹੀਂ? ਜੇ ਸਿੱਧੂ ਤੋਂ ਬਿਨਾਂ ਬਾਕੀਆਂ ਦਾ ਜ਼ਿਕਰ ਕਰਦੇ ਤੇ ਸਿੱਧੂ ਐਲੀਜੀਬਲ ਆ, ਫਿਰ ਵੀ ਕਹਿਣਾ ਸਿਆਸੀ ਜਮਾ ਘਟਾਓ ਨੇ, ਜੋੜ ਤੋੜ ਨੇ, ਬੰਦੇ ਤੋਂ ਡਰਦੇ ਨੇ। ਸਵਾਲ ਤਾਂ ਉੱਠਦੇ ਰਹਿੰਦੇ, ਸਰਕਾਰਾਂ ਵਿਚਾਰੀਆਂ ਵੀ ਕੀ ਕਰਨ। ਤੋਰੋ ਤਰਾ ਗੱਲ। ਦੇਖੋ, ਅੱਜ ਕੈਬਨਿਟ ਦੀ ਮੀਟਿੰਗ ਹੈਗੀ ਹੈ ਔਰ ਇਸ ਕੈਬਨਿਟ ਮੀਟਿੰਗ ਦਾ ਇੰਤਜ਼ਾਰ ਤਕਰੀਬਨ ਬਹੁਤ ਦਿਨਾਂ ਤੋਂ ਉਹ ਸਿੱਧੂ ਦੇ ਸਮਰਥਕਾਂ ਨੂੰ ਵੀ ਸੀਗਾ, ਜਿਹੜੇ ਕਹਿੰਦੇ ਸੀਗੇ ਵੀ 26 ਜਨਵਰੀ ਨੂੰ ਸਿੱਧੂ ਉਹਨਾਂ ਨੇ ਰਿਹਾ ਹੋ ਜਾਣਾ। ਅੱਜ ਇਸ ਕੈਬਨਿਟ ਦੇ ਵਿੱਚ ਹਜੇ ਤੱਕ ਜਿਹੜਾ ਏਜੰਡਾ ਬਾਹਰ ਨਿਕਲ ਕੇ ਆਇਆ ਹੈ, ਨਵੀਂ ਇੰਡਸਟਰੀਅਲ ਪਾਲਿਸੀ ਨੂੰ ਡਿਸਕਸ ਕਰਨਾ ਹੈ ਔਰ ਉਸ ਤੋਂ ਇਲਾਵਾ ਕੀ ਚੀਜ਼ਾਂ ਡਿਸਕਸ਼ਨ ਹੋਣੀਆਂ, ਉਹ ਏਜੰਡਾ ਹਜੇ ਤੱਕ ਬਾਹਰ ਨਹੀਂ ਆਇਆ। ਪਰ ਇਸ ਏਜੰਡੇ ਨੂੰ ਸੀਕ੍ਰੇਟ ਰੱਖਿਆ ਜਾ ਰਿਹਾ ਹੈ। ਇਸ ਤੋਂ ਇਹ ਉਮੀਦ ਵੀ ਜਾਗਦੀ ਹੈ ਸ਼ਾਇਦ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਉਹ ਫਾਈਲ ਔਰ ਉਹ 51 ਕੈਦੀ ਜਿਹਦਾ ਜ਼ਿਕਰ ਤੁਸੀਂ ਕਰਕੇ ਹਟੇ ਕਿ 10-11 ਤੇ ਕੋਟਾਂ ਦੇ ਰਾਹੀਂ ਬਾਹਰ ਹੋ ਵੀ ਗਏ ਨੇ, ਹੁਣ ਉਹ ਫਾਈਲ ਅੱਜ ਰੱਖੀ ਜਾਂਦੀ ਹੈ ਨਹੀਂ ਰੱਖੀ ਜਾਂਦੀ ਹੈ, ਇਹਦੇ ਉੱਤੇ ਕਿਆਸ ਜ਼ਰੂਰ ਲਗਾਏ ਜਾ ਰਹੇ ਨੇ। ਦੂਜੇ ਪਾਸੇ ਜਿਹੜੀ ਇੰਡਸਟਰੀਅਲ ਪਾਲਿਸੀ ਦੀ ਗੱਲ ਹੈਗੀ ਹੈ,
ਉਹਦੇ ਵਿੱਚ ਇੱਕ ਬੜੀ ਇੰਟਰਸਟਿੰਗ ਦੀ ਗੱਲ ਕਰਨੀ ਲੱਗਦਾ ਹੈ ਕਿ ਵੀ ਇਦਾਂ ਹੋ ਸਕਦਾ ਹੈ, ਕਿਉਂਕਿ ਜਿਹੜੀ ਅਖਬਾਰਾਂ ਦੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਸਰਕਾਰ 36,000 ਰੁਪਏ ਪਰ ਐਨਮ ਜਿਹੜੇ ਪੰਜਾਬੀਆਂ ਨੂੰ ਨਵੀਂ ਇੰਡਸਟਰੀ ਜਿਹੜੀ ਲੱਗੇਗੀ ਉਹਦੇ ਵਿੱਚ ਅਗਰ ਪੰਜਾਬੀਆਂ ਨੂੰ ਰੱਖਦੇ ਨੇ ਤੇ ਸਰਕਾਰ ਦੇਗੀ 48,000 ਰੁਪਏ। ਔਰਤਾਂ ਦੇ ਕੇਸ ਦੇ ਵਿੱਚ ਜੇ ਵਿਮਨ EMPLOYE ਰੱਖਦੇ ਨੇ ਤੇ ਸਰਕਾਰ ਇੱਕ ਇਨਸੈਂਟਿਵ ਦੇ ਤੌਰ ਤੇ ਖਾਸ ਕਰਕੇ ਰਿਜ਼ਰਵ ਕਾਸਟ ਦੀ ਅਗਰ ਵਰਕਰਾਂ ਨੂੰ ਰੱਖਿਆ ਜਾਂਦਾ ਤੇ ਇਹ ਦੇਗੀ। ਕੁਝ GST ਦੇ ਵਿੱਚ ਐਗਜ਼ੈਂਪਸ਼ਨ ਦੀ ਵੀ ਗੱਲ ਹੈ, ਪਰ ਚਲੋ ਐਗਜ਼ੈਕਟਲੀ ਕੈਬਨਿਟ ਮੀਟਿੰਗ ਤੋਂ ਬਾਅਦ ਇੰਡਸਟਰੀਅਲ ਪਾਲਿਸੀ ਦੇ ਵਿੱਚ ਕੀ ਕੱਢਣ ਨੂੰ ਕੀ ਪਾਣ ਨੂੰ ਹੈਗਾ ਇਹ ਤੇ ਇੰਡਸਟਰੀਅਲਿਸਟ ਦੇਖਣਗੇ। ਪਰ ਹਾਂ, ਜੀਰਾ ਫੈਕਟਰੀ ਵਾਲਿਆਂ ਨੇ ਵੀ ਜਿਹੜੇ ਧਰਨਾ ਲਾਇਆ ਹੋਇਆ ਜੀਰਾ ਫੈਕਟਰੀ ਤੋਂ ਬਾਹਰ, ਉਹਨਾਂ ਪ੍ਰਦਰਸ਼ਨਕਾਰੀਆਂ ਨੇ ਵੀ ਇੱਕ ਅਲਟੀਮੇਟਮ ਦੇ ਦਿੱਤਾ ਹੈ ਸਰਕਾਰ ਨੂੰ, ਜੇ ਅੱਜ ਦੀ ਕੈਬਨਿਟ ਦੇ ਵਿੱਚ ਉਹ ਤੁਹਾਡਾ ਜਿਹੜਾ 17 ਜਨਵਰੀ ਦਾ ਅਨਾਉਂਸਮੈਂਟ ਜਿਹੜੀ ਤੁਸੀਂ ਕੀਤੀ ਹੋਈ ਹੈ ਕਿ ਜੀਰਾ ਫੈਕਟਰੀ ਨੂੰ ਆਪਾਂ ਬੰਦ ਕਰ ਦਾਂਗੇ, ਉਹਦੇ ਬਾਰੇ 'ਚ ਵੀ ਕੋਈ ਲਿਖਤ ਲੁਕ ਜਿਹਾ ਅੱਜ ਕੱਢੋ। ਨਹੀਂ ਕੱਢੋਗੇ ਤੇ ਆਪਣਾ ਜਿਹੜੀ ਸਾਡਾ ਐਜੀਟੇਸ਼ਨ ਹੈਗਾ ਅਸੀਂ ਉਹਨੂੰ ਇੰਟੈਂਸੀਫਾਈ ਕਰ ਦਾਂਗੇ। ਹੁਣ 12 ਵਜੇ ਇਹ ਮੀਟਿੰਗ ਹੈ, 1-1.5 ਵਜੇ ਤੱਕ ਤਕਰੀਬਨ ਫੈਸਲਿਆਂ ਜਾਂ ਕੈਬਨਿਟ ਦੇ ਵਿੱਚ ਕਿਸ ਮੁੱਦੇ ਦੇ ਉੱਤੇ ਚਰਚਾ ਹੋਈ। ਜੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਮੁੱਦੇ ਤੇ ਵੀ ਇਹ ਚਰਚਾ ਹੁੰਦੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ 1-1.5 ਵਜੇ ਤੱਕ ਇਹ ਬੜੀ ਬ੍ਰੇਕਿੰਗ ਨਿਊਜ਼ ਦੇ ਰੂਪ ਵਿੱਚ ਵੀ ਆ ਸਕਦੀ ਹੈ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜਾਂ ਉਹਨਾਂ ਤਮਾਮ ਕੈਦੀਆਂ ਨੂੰ ਜਿਹੜਾ ਆਜ਼ਾਦੀ ਦੇ ਅੰਮ੍ਰਿਤ ਕਾਲ ਦੇ ਵਿੱਚ ਜਿਨ੍ਹਾਂ ਦੀ ਰਿਹਾਈ ਬਣਦੀ ਸੀ ਉਹਨਾਂ ਨੂੰ ਰਿਹਾ ਕਰਨ ਦਾ ਫੈਸਲਾ ਸਰਕਾਰ ਨੇ ਲਿੱਤਾ ਹੈ। ਪਰ ਚਲੋ 1-1.5 ਵਜੇ ਤੱਕ ਵੇਟ ਕਰੋ, ਕੁਝ ਨਾ ਕੁਝ ਨਿਕਲ ਕੇ ਆ ਸਕਦਾ। ਵੇਟ ਕਰਦੇ ਆ ਕਿ ਅਮਨ ਅਰੋੜਾ ਜੀ ਜਾਂ ਹਰਪਾਲ ਚੀਮਾ ਜੀ ਆ ਕੇ ਪ੍ਰੈਸ ਦੇ ਸਾਹਮਣੇ ਲੰਬੇ ਸੈਂਟੈਂਸ ਬੋਲਣਗੇ, ਇਹ ਦੇਖਣਾ ਹੋਊਗਾ। ਪਰ ਵੈਸੇ ਮੈਂ ਇੰਦਰਪ੍ਰੀਤ ਜੀ ਇਸੇ ਮਾਮਲੇ 'ਚ ਤੁਹਾਡੇ ਨੂੰ ਥੋੜੀ ਜਿਹੀ ਗੱਲ ਮੈਂ ਚਾਹੁੰਦਾ ਕਰ ਲਈ ਜਾਵੇ ਹੋਰ। ਮੁੰਜਾਲ ਸਾਹਿਬ ਹੀਰੋ ਸਾਈਕਲ ਵਾਲਿਆਂ ਨਾਲ ਇੱਕ ਦਿਨ ਮੁੱਖ ਮੰਤਰੀ ਸਾਹਿਬ ਨੇ ਤਸਵੀਰ ਪ੍ਰਕਾਸ਼ਿਤ ਕੀਤੀ ਸੀ, ਪੋਸਟ ਕੀਤੀ ਸੀ। ਮੈਨੂੰ ਲੱਗਦਾ ਹੈ ਕਿ ਇੰਡਸਟਰੀ ਦਾ ਯੂਪੀ ਵਾਲਿਆਂ ਨਾਲ ਮੋਹ ਤੇ ਮੁੱਖ ਮੰਤਰੀ ਸਾਹਿਬ ਹੁਣ ਘਟਾ ਰਹੇ ਨੇ, ਕੱਲਿਆਂ ਵੀ ਮਿਲਦੇ ਰਹੇ। ਆਪਣੇ ਵੇਨੂ ਪ੍ਰਸ਼ਾਦ ਨੂੰ ਸਾਈਡ ਤੇ ਬਿਠਾ ਕੇ ਵੀ ਇੱਕ ਦਿਨ ਪਾਲਿਸੀ ਬਾਰੇ ਗੱਲਾਂ ਕਰਦੇ ਸੀ। ਫੋਟੋ ਜਦੋਂ ਬਾਹਰ ਆਉਂਦੀ ਹੈ ਨਾ, ਫੋਟੋ ਤਾਂ ਲੱਗਦੀ ਸੋਹਣੀ, ਅੱਜ ਉਹ ਸੋਹਣਾਪਣ ਪ੍ਰੈਕਟੀਕਲੀ ਕਿਵੇਂ ਦਿਸੂਗਾ, ਇਹਦੇ ਤੇ ਹਲਕੀ ਜਿਹੀ ਗੱਲ ਕਰੀਏ ਫਿਰ ਅੱਗੇ ਵੱਧਦੇ। ਦੇਖੋ, ਇੰਡਸਟਰੀ ਪਾਲਿਸੀ ਜਿਹੜੀ ਲਾਸਟ ਵਾਲੀ ਸੀਗੀ ਉਹ 17 ਅਕਤੂਬਰ ਦੀ ਖਤਮ ਹੋਈ ਹੈ, 17 ਅਕਤੂਬਰ 2022 ਦੀ, ਔਰ ਆਲਮੋਸਟ 5-6 ਮਹੀਨੇ ਹੋ ਚੁੱਕੇ ਹੈ। ਨਵੀਂ ਪਾਲਿਸੀ ਲਈ ਇੰਡਸਟਰੀਲਿਸਟ ਜਿਹੜੇ ਹੈਗੇ ਨੇ ਉਹ ਦਬਾਅ ਬਣਾ ਰਹੇ ਆ ਸਰਕਾਰ ਤੇ ਕਿ ਜਲਦੀ ਕਰੋ, ਕਿਉਂਕਿ ਉਹਨਾਂ ਨੇ ਨਿਵੇਸ਼ ਜਿਨ੍ਹਾਂ ਨੇ ਕਰਨਾ ਹੀ ਹੈ ਪੰਜਾਬ 'ਚ ਹੀ ਕਰਨਾ, ਤਾਂ ਉਹਨਾਂ ਨੂੰ ਪਤਾ ਤਾਂ ਚੱਲੇ ਕਿ ਉਹਨਾਂ ਨੂੰ ਮਿਲਣਾ ਕੀ ਹੈ। ਤਾਂ ਇੱਕ ਤਾਂ ਇਹ ਜਿਹੜਾ ਇਸ਼ੂ ਸੀਗਾ, ਇਸ ਕਰਕੇ ਇੰਡਸਟਰੀ ਪਾਲਿਸੀ ਆਲਰੇਡੀ ਵੈਬਸਾਈਟ ਤੇ ਪਾਈ ਹੋਈ ਹੈ ਉਹਨਾਂ ਨੇ, ਮਤਲਬ ਇਹ ਨਹੀਂ ਹੈ ਕਿ ਕੋਈ ਨਵੀਂ ਆ ਰਹੀ, ਉਹ ਆਲਰੇਡੀ ਪਾਈ ਹੋਈ ਹੈ। ਜਸਟ ਉਸ 'ਚ ਪਾ ਕੇ ਉਹਨਾਂ ਨੇ ਇਤਰਾਜ਼ ਮੰਗੇ ਹੋਏ ਆ ਕਿ ਇੰਡਸਟਰੀਸਟਾਂ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈ, ਉਹ ਦੱਸੋ, ਤਾਂ ਕਿ ਇਹਨੂੰ ਇਨਕੋਰਪੋਰੇਟ ਕਰ ਲਿਆ ਜਾਏ। ਔਰ ਦੂਜਾ ਇਹ ਕਿ ਇਹਦੇ ਵਿੱਚ ਇੱਕ ਸ਼ਾਇਦ ਬਿਜਲੀ ਦਾ ਰੇਟ ਥੋੜਾ ਜਿਹਾ ਵਧਾਉਣ ਦੀ ਗੱਲ ਕੀਤੀ ਹੋਈ ਹੈ ਕਿ ਪਹਿਲਾਂ ਜਿਵੇਂ 5 ਰੁਪਏ ਦਿੱਤੇ ਜਾ ਰਹੇ ਸੀਗੇ, ਹੁਣ ਸ਼ਾਇਦ 5 ਰੁਪਏ 25 ਪੈਸੇ ਪਰ ਯੂਨਿਟ ਵੀ ਕਰਨਾ, ਥੋੜੀ ਜੀ ਉਹਨਾਂ ਨੂੰ ਸੇਕ ਵੀ ਦੇਣਾ ਹੈਗਾ, ਕਿਉਂਕਿ ਇੰਡਸਟਰੀਜ਼ ਜਿਹੜੇ ਹੈਗੇ ਆ ਉਹਨਾਂ ਨੂੰ 5 ਰੁਪਏ ਯੂਨਿਟ ਪੂਰੀ ਤਾਂ ਮਿਲ ਨਹੀਂ ਰਹੀ ਆ। ਉਹਨਾਂ ਦਾ ਕਹਿਣਾ ਕਿ ਵੀ ਅਜੇ ਤੁਸੀਂ ਸਾਨੂੰ ਕੰਜ਼ੰਪਸ਼ਨ ਤੇ 5 ਰੁਪਏ ਦੇ ਰਹੇ ਹੋ, ਸਾਰੀ ਤੇ ਹੀ ਸਾਨੂੰ ਦੋ। ਤੇ ਇੱਕ ਜਿਹੜਾ GST ਉਹ ਰਿਵਾਈਵ ਕਰ ਸਕਦੇ ਆ, ਇੱਕ ਇਹ ਵੀ ਉਹਦੇ ਵਿੱਚ ਹੈਗਾ ਕਿ ਮਤਲਬ ਉਹ ਆਪਣੇ ਕੋਲ ਰੱਖ ਸਕਦੇ ਆ GST ਨੂੰ ਜਦ ਤੱਕ ਕੁਝ ਖਾਸ ਪੀਰੀਅਡ ਤੱਕ, ਉਸ ਤੋਂ ਬਾਅਦ ਮਤਲਬ ਗਵਰਨਮੈਂਟ ਨੂੰ ਪੇ ਕਰਨਾ। ਪਹਿਲੇ 5 ਸਾਲ ਸ਼ਾਇਦ ਉਹ ਰੱਖਿਆ ਜਾਏਗਾ, ਪਹਿਲੇ 5 ਸਾਲ ਦਾ ਪੀਰੀਅਡ ਕਿ 5 ਸਾਲ ਉਹਨਾਂ ਨੂੰ GST ਦੇਣ ਦੀ ਲੋੜ ਨਹੀਂ ਹੈਗੀ। ਤੀਸਰਾ ਇੱਕ ਸਟਾਰਟਅਪਸ, ਇਹ ਨਵਾਂ ਇੱਕ ਲੈ ਕੇ ਆ ਰਿਹਾ ਹੈ, ਜੋ ਸਟਾਰਟਅਪ ਕਰਨਗੇ ਉਹਨਾਂ ਨੂੰ ਵੀ ਇੱਥੋਂ ਦੇਣਾ ਹੈਗਾ। ਤੇ ਮੈਨੂੰ ਲੱਗਦਾ ਕਿ 2-3 ਇਸ਼ੂ ਹੈਗੇ ਨੇ, ਇਹ ਬੜੇ ਇੰਪੋਰਟੈਂਟ ਨੇ ਪੰਜਾਬ ਲਈ, ਕਿਉਂਕਿ 23 ਤਰੀਕ ਨੂੰ ਤੁਹਾਨੂੰ ਪਤਾ 23 ਫਰਵਰੀ ਨੂੰ ਪੰਜਾਬ ਦੇ ਵਿੱਚ ਸਮਿਟ ਹੋਣੀ ਹੈ ਜਿਹੜੀ ਇੰਡਸਟਰੀਅਲਿਸਟ ਦੀ। ਉਸ ਤੋਂ ਪਹਿਲਾਂ ਜੇਕਰ ਪਾਲਿਸੀ ਨਹੀਂ ਹੈਗੀ ਤੁਹਾਡੇ ਕੋਲੇ ਤਾਂ ਫਿਰ ਤੁਸੀਂ ਦੱਸੋਗੇ ਕਿ ਅਸੀਂ ਕੀ ਦੇ ਸਕਦੇ ਹਾਂ ਤੁਹਾਨੂੰ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜ਼ਰੂਰੀ ਸੀ। ਔਰ ਅੱਜ ਜਿਵੇਂ 3 ਤਰੀਕ ਹੋ ਗਈ ਹੈ, ਜਦ ਤੱਕ ਉਹ ਪਾਲਿਸੀ ਨਸ਼ਰ ਨਹੀਂ ਹੋਏਗੀ ਉਸ ਤੋਂ ਬਾਅਦ ਨੋਟੀਫਿਕੇਸ਼ਨ ਵੀ ਹੋਣੀ ਹੈ, ਉਹਦੀ ਟਾਈਮ ਲੱਗ ਜਾਂਦਾ ਹੁੰਦਾ ਹੈ। ਇਸ ਕਰਕੇ ਅੱਜ ਕਰਨਾ ਬਹੁਤ ਜ਼ਰੂਰੀ ਹੈ ਇਸਨੂੰ, ਇਹ ਉਸ ਨੂੰ ਦੇਖ ਕੇ ਹੀ ਕੀਤਾ ਜਾ ਰਿਹਾ ਜੀ।